देखो गड़े मुर्दे उखाड़े है इन्होंने आके कोई लोगों की गल करते नहीं, कोई पंजाब की गल करते नहीं। अपनी कमजोरियां के उत्ते पर्दा पाने वास्ते आम आदमी पार्टी ने हुण आ याद आया है भी तोमर साहब ने जिहड़े बयान उत्थे पार्लीमेंट 'च छड्डते। मेरा एक बड़ा सिंपल जिहा सवाल, पहला तो आम आदमी पार्टी ने देखो बीजेपी वाले ने तो अपना चेहरा बेनकाब करता, काले कानून लिया के पहला कॉन्ट्रैक्ट फार्मिंग वाला लैके भाईवाल सीगे अकालियों के नाल 2013 च अकाली ते बीजेपी इकट्ठे सी जिहड़े आ काला इन्होंने कानून बनाया ते हुण 2000 फिर जिहड़े 3 काले कानून बनाए है आप ते दोनों भाईवाल सीगे, फिर बीजेपी ते अकाली। जदों तोमर साहब ने पार्लीमेंट 'च बयान दिते है, मेरी बेनती है ना सारे लीडर साहबान नूं आप वालिआं नूं, तुसीं उत्थे क्यों नहीं उन्हां नूं रिबट कीता? क्यों नहीं केजरीवाल साहब ने अज ताईं उत्थे नैशनल मीडिया 'च गल कीती भी तोमर साहब पंजाब नूं बदनाम कर रहे हैं? आ जिहड़े काले कानून बने है कॉन्ट्रैक्ट फार्मिंग वाला बनाने वाले खुद बीजेपी सीगी, आ खुद अकाली इहदे विच सीगे। क्यों नहीं अज ताईं केजरीवाल साहब ने नैशनल मीडिया 'च गल करता? इत्थे पंजाब दे लोकां नूं भ्रमित करन वास्ते इत्थे कांग्रेस तो सवाल पुछ रही है आम आदमी पार्टी भी तुसीं 4 साल ताईं बोले क्यों नहीं। मैं सवाल इन्हां नूं पुछदा भी तुहाडे तुसीं लीडर ऑफ अपोजिशन सीगे, तुहाडे यू आर द मेन अपोजिशन पार्टी, तुसीं क्यों नहीं आ मुद्दा चुक्या? सारिਆਂ ਨੂੰ ਬੱਚੇ ਨੂੰ पता है भी आ कानून ना लागू होए, पास जरूर करा लिया, बट दैट इज़ वर्थ द पीस ऑफ पेपर, नॉट इवन वर्थ पीस ऑफ पेपर जिहदे ते कानून बने। ना रूल्स फ्रेम किए गए, ना ਉਹਦੇ ਤੇ ਜਿਹੜੇ ਕਮਿਸ਼ਨ ਬਣਨੇ ਸੀਗੇ ਸੈਟਲਮੈਂਟ ਕਮਿਸ਼ਨ, ਡਿਸਪਿਊਟ ਸੈਟਲਮੈਂਟ ਦੇ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਦੇ ਉੱਤੇ। ਕਿਉਂਕਿ ਬਾਦਲ ਸਾਹਿਬ ਚਾਹੇ ਜੋ ਕੁਝ ਵੀ ਹੈ ਬੜੇ ਲੋਕਾਂ ਦੀ ਨਬਜ਼ ਸਮਝਦੇ ਹੈ, ਉਹਨਾਂ ਨੇ ਦੇਖ ਲਿਆ ਵੀ ਇਹਦਾ ਬਹੁਤ ਗਲਤ ਪੰਗਾ ਲੈ ਲਿਆ, ਲੋਕਾਂ ਨੇ ਕੱਪੜੇ ਪਾੜ ਲੀੜੇ ਪਾੜ ਲੈਣੇ ਹੈ, ਇਸ ਕਰਕੇ ਉਹਨਾਂ ਨੇ ਪਾਸ ਤਾਂ ਕਰਾ ਲਿਆ ਪਰ ਉਹਨੂੰ ਠੰਡੇ ਬਸਤੇ 'ਚ ਪਾ ਲਿਆ। ਕਿਉਂਕਿ ਕਾਂਗਰਸ ਦਾ ਵਿਰੋਧ ਸੀ, ਲੋਕਾਂ ਦਾ ਵਿਰੋਧ ਸੀ, ਕਿਸਾਨਾਂ ਨੇ ਪਿੰਡਾਂ 'ਚ ਵੜਨਾ ਬੰਦ ਕਰ ਦੇਣਾ ਸੀਗਾ ਤੇ ਉੱਥੇ ਹੀ ਨਿਬੜ ਗਈ ਕਹਾਣੀ ਤੇ ਉਹ ਕਾਨੂੰਨ ਲਾਗੂ ਹੀ ਨਹੀਂ ਹੋਇਆ। ਅੱਜ ਇਹਨਾਂ ਨੇ ਆ ਕੇ ਗੜੇ ਮੁਰਦੇ ਉਖਾੜਨ ਵਾਲਾ ਕੰਮ ਕੀਤਾ ਹੈ। ਜਵਾਬ ਦੇਣ। ਮੇਰਾ ਸਵਾਲ ਹੈ ਆਮ ਆਦਮੀ ਪਾਰਟੀ ਨੂੰ, ਕਿਉਂ ਨਹੀਂ ਤੁਸੀਂ ਬੀਜੇਪੀ ਨੂੰ ਪੁੱਛਦੇ? ਕਿਉਂ ਨਹੀਂ ਜਾ ਕੇ ਅਕਾਲੀਆਂ ਨੂੰ ਪੁੱਛਦੇ? ਸਾਰੇ ਸਿਰਫ ਉਹਨੂੰ ਰਾਜਨੀਤਿਕ ਮੁੱਦਾ ਬਣਾ ਕੇ ਆਪਣੀ ਕਮਜ਼ੋਰੀਆਂ ਤੇ ਪਰਦਾ ਪਾ ਰਹੇ ਹੈ। ਆਹ ਕਾਲੇ ਕਾਨੂੰਨ ਨਾ ਆ ਜਿਹੜਾ ਜਿਵੇਂ ਆਹ ਕਾਨੂੰਨ ਨਹੀਂ ਲਾਗੂ ਹੋਣ ਦੇਣੇ ਆ ਬੇਸ 'ਚ ਪਿਆ, ਉਹ ਵੀ ਠੰਡੇ ਬਸਤੇ 'ਚ ਪਿਆ ਤੇ ਇਹਨਾਂ ਦੇ ਜੇ ਤਸੱਲੀ ਹੁੰਦੀ ਹੈ ਜੇ ਕਿਤੇ ਦੇਖਾਂਗੇ ਉਹਦੇ 'ਚ ਕੋਈ ਲੀਗਲ ਵੈਲਿਡਿਟੀ ਦਾ ਕਿਤੇ ਕੋਈ ਹੈ ਤਾਂ ਫਿਰ ਵੀ ਉਹਨੂੰ ਸੀਐਮ ਸਾਹਿਬ ਨਾਲ ਗੱਲ ਕਰਕੇ ਇਸ ਬਜਟ 70 ਦੇ ਅੰਦਰ ਉਹਨੂੰ ਖਤਮ ਕਰਾਉਣ ਦਾ ਪ੍ਰੋਵੀਜ਼ਨ ਹੈ, ਉਹ ਵੀ ਅਸੀਂ ਸਲਾਹ ਕਰਕੇ ਕਰਵਾਵਾਂਗੇ। ਸਰ ਖੇਤੀ ਕਾਨੂੰਨਾਂ ਦੇ ਵਿੱਚ ਕੋਈ ਹੋਰ ਵੀ ਤਰਮੀਮਾਂ ਕੀਤੀ ਜਾਣੀ? ਦੇਖੋ ਅਸੀਂ ਆਪਣੇ ਪੱਧਰ ਤੇ ਖੇਤੀ ਕਾਨੂੰਨ ਦੀ ਗੱਲ ਕਰਦੇ ਹੋ ਜਿਹੜੇ ਪੰਜਾਬ ਨੇ ਬਣਾਏ ਆ ਜਾਂ ਕੇਂਦਰ ਵਾਲੇ ਖੇਤੀ ਕਾਨੂੰਨ ਦੀ ਗੱਲ ਕਰਦੇ ਹੋ? ਦੇਖੋ ਪੰਜਾਬ ਵਾਲੇ ਕਾਨੂੰਨ ਤਾਂ ਅਸੀਂ ਬਣਾ ਕੇ ਭੇਜ ਰੱਖੇ ਤੇ ਗਵਰਨਰ ਸਾਹਿਬ ਲਈ ਬੈਠੇ ਹੈ। ਲੀਗਲ ਪ੍ਰੋਵੀਜ਼ਨ ਉਹਦੇ ਵਿੱਚ ਹੈ ਵੀ ਜੇ ਅਸੈਂਬਲੀ ਦੁਬਾਰਾ ਪਾਸ ਕਰਕੇ ਭੇਜ ਦਿੰਦੀ ਹੈ ਉਹਦੇ ਬਾਅਦ ਗਵਰਨਰ ਸਾਹਿਬ ਨੂੰ ਭੇਜਣਾ ਪੈਂਦਾ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ। ਅਸੀਂ ਉਹ ਵੀ ਉਪਰਾਲਾ ਸੀਐਮ ਸਾਹਿਬ ਆਲਰੇਡੀ ਅਨਾਉਂਸ ਕਰ ਚੁੱਕੇ ਵੀ ਅਸੀਂ ਉਹਨਾਂ ਨੂੰ ਦੁਬਾਰਾ ਪਾਸ ਕਰਕੇ ਫਿਰ ਗਵਰਨਰ ਸਾਹਿਬ ਕੋਲ ਭੇਜਾਂਗੇ ਤੇ ਬੀਜੇਪੀ ਦਾ ਜਿਹੜਾ ਚਿਹਰਾ ਹੈ ਬੇਨਕਾਬ ਹੋਰ ਕਰਾਂਗੇ। ਸਰ ਗੱਲਬਾਤ ਦਾ ਸਿਲਸਿਲਾ ਜਿਹੜਾ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਉਹ ਵੀ ਲਗਾਤਾਰ ਫੁੱਟਿਆ ਔਰ ਕੱਲ ਜਿਹੜਾ ਚੱਕਾ ਜਿਹੜਾ ਰੇਲਵੇ ਦਾ ਚੱਕਾ ਜਾਮ ਦਾ ਵੀ ਐਲਾਨ ਕੀਤਾ ਕਿਸਾਨਾਂ ਨੇ। ਮੇਰਾ ਜਿੱਥੇ ਤਾਈਂ ਮੰਨਣਾ ਹੈ, ਦੇਖੋ ਵੈਸੇ ਤਾਂ ਹਰੇਕ ਮਸਲੇ ਦਾ ਹੱਲ ਗੱਲਬਾਤ ਨਾਲ ਨਿਕਲਦਾ ਪਰ ਉਹ ਕੋਈ ਗੱਲਬਾਤ ਹੈ ਨਹੀਂ ਸੀ। ਉਹ ਇੱਕ ਆਪਣੇ ਉਹ ਮਨ ਕੀ ਬਾਤ ਫੇਰ ਦੁਹਰਾਈ ਜਾ ਰਹੇ ਸੀ ਵਾਰੀ-ਵਾਰੀ। ਉਹ ਸਾਰੇ ਤੋਤੇ ਵਾਂਗੂ ਜੋ ਮੋਦੀ ਸਾਹਿਬ ਦੀ ਲਾਈਨ ਸੀਗੀ, ਜਿਹੜੇ ਮੰਤਰੀ ਸਾਹਿਬਾਨ ਬੈਠੇ ਸੀ, ਆਫਿਸਰ ਸੈਕਟਰੀ ਐਗਰੀਕਲਚਰ ਬੈਠੇ ਸੀਗੇ, ਕਾਨੂੰਨ ਬਹੁਤ ਅੱਛੇ ਹੈ, ਆਪਕੋ ਸਮਝ ਨਹੀਂ ਆਈ। ਇਸ ਤੋਂ ਅੱਗੇ ਕਿਤੇ ਗੱਲ ਵਧੀ ਨਹੀਂ। ਲੋਕਾਂ ਨੂੰ ਪਰੇਸ਼ਾਨ ਕਰਕੇ ਉਹਨਾਂ ਨੂੰ ਹਮਾ ਕੇ ਵੀ ਇੱਥੋਂ ਹਮ ਕੇ ਹੁਣ ਜਾਵੜਨਗੇ ਵਾਪਸ ਕਿਸੇ ਤਰ੍ਹਾਂ ਤੁਰ ਜਾਣਗੇ, ਪਰ ਉਹਨਾਂ ਨੂੰ ਇਹ ਭੁੱਲ ਗਏ ਵੀ ਆ ਕਿਸਾਨ ਹੈ, ਆ ਬੜਾ ਆਪਣੇ ਤਕੜੇ ਜੇਰੇ ਦਾ ਹੈ, ਇਹਨੇ ਜਿਹੜਾ ਮਨ ਧੀਆ ਕਰ ਲਿਆ ਉਸ ਤੋਂ ਪਿੱਛੇ ਨਹੀਂ ਹਟਦਾ। ਕਿਸਾਨ ਆਪਣੀ ਗੱਲ ਤੇ ਖੜਾ ਹੈ, ਉਹ ਆਪਣੀ ਜਿੱਦ ਤੇ ਖੜੇ ਹੈ, ਉਹ ਆਪਣੀ ਹੈਂਕੜ ਤੇ ਖੜੇ ਹੈ, ਉਹ ਅਹੰਕਾਰ ਛੱਡਦੇ ਨਹੀਂ, ਗੱਲਬਾਤ ਅੱਗੇ ਚੱਲਦੀ ਨਹੀਂ। ਮੈਂ ਪਹਿਲੇ ਦਿਨੋਂ ਮੇਰਾ ਮੰਨਣਾ ਆ ਰਿਹਾ ਹੈ ਲੰਬੀ ਲੜਾਈ ਹੈ, ਇਹਦਾ ਕੋਈ ਫੌਰੀ ਤੌਰ ਤੇ ਹੱਲ ਨਹੀਂ ਨਿਕਲਣਾ। ਅੱਜ ਜੇ ਕਿਤੇ ਹੱਲ ਨਿਕਲਦਾ ਹੈ ਤਾਂ ਇਸ ਕਰਕੇ ਦੋ ਮਸਲੇ ਹੈ। ਤੁਸੀਂ ਗ੍ਰਿਫਤਾਰੀਆਂ ਦੀ ਗੱਲ ਕਰ ਰਹੇ ਹੋ, ਗ੍ਰਿਫਤਾਰੀਆਂ ਦਾ ਆਲਮ ਤਾਂ ਆ ਹੋਇਆ ਖੜਾ ਵੀ ਕੱਲ ਉਸ ਬੱਚੀ ਨੂੰ 21 ਸਾਲ ਦੀ ਬੱਚੀ ਨੂੰ ਦਿਸ਼ਾ ਰਵੀ ਜਿਹੜੀ ਹੈ ਉਹਨਾਂ ਨੇ ਗ੍ਰਿਫਤਾਰ ਕੀਤਾ। ਉਹਦੇ ਵਾਸਤੇ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਆ ਬੇਨਤੀ ਕਰੂੰਗਾ, ਸੰਭਲ ਜਾਓ, ਹੋਸ਼ 'ਚ ਆ ਜਾਓ। ਉਹ ਜਿਹੜੀਆਂ ਕਿੱਲਾਂ ਸਿੰਘੂ ਬਾਰਡਰ ਤੇ ਇਹਨਾਂ ਨੇ ਸੜਕ 'ਚ ਠੋਕੀਆਂ, ਉਹ ਸੜਕ 'ਚ ਨਹੀਂ ਠੋਕੀਆਂ,
ਉਹ ਲੋਕਤੰਤਰ ਦੀ ਹਿੱਕ ਦੇ ਵਿੱਚ ਠੋਕੀਆਂ, ਲੋਕਤੰਤਰ ਦੀ ਛਾਤੀ ਦੇ ਵਿੱਚ ਠੋਕੀਆਂ। ਹੁਣ ਲੋਕਾਂ ਤੇ ਨਿਰਭਰ ਕਰਦਾ ਹੈ ਵੀ ਜੇ ਲੋਕ ਜਾਗ ਗਏ, ਲੋਕ ਹੌਸਲੇ 'ਚ ਆ ਕੇ ਖੜ ਗਏ, ਇਸ ਗੱਲ ਨੂੰ ਸਮਝ ਗਏ, ਤਾਂ ਉਹੀ ਕਿੱਲਾ ਜਿਸ ਤਰ੍ਹਾਂ ਲਾਲਾ ਲਾਜਪਤ ਰਾਏ ਜੀ ਨੇ ਕਿਹਾ ਸੀਗਾ ਜਦੋਂ ਉਹਨਾਂ ਦੀ ਛਾਤੀ ਤੇ ਡਾਂਗਾਂ ਮਾਰੀਆਂ ਸੀਗੀਆਂ कि एक एक लाठी जो मेरे सीने पे लगी है वो इस अंग्रेज शासन के ताबूत में एक एक कील साबित होगी। ਅੱਜ ਦੇਸ਼ ਦੇ ਲੋਕਾਂ ਤੇ ਨਿਰਭਰ ਕਰਦਾ ਹੈ ਵੀ ਜੇ ਇਕੱਠੇ ਹੋ ਗਏ ਤੇ ਆ ਜਿਹੜੀ ਕ੍ਰਾਂਤੀ ਲੋਕ ਜਿਹੜੀ ਲਹਿਰ ਚੱਲੀ ਹੈ, ਇਹਨਾਂ ਕਿੱਲਾਂ ਨੂੰ ਤਾਨਾਸ਼ਾਹੀ ਸਰਕਾਰ ਦੇ ਤਾਬੂਤ 'ਚ ਇੱਕ ਇੱਕ ਕਿੱਲ ਸਾਬਿਤ ਕਰਨਾ ਲੋਕਾਂ ਦੇ ਉੱਤੇ ਹੈ। ਨਹੀਂ ਤਾਂ ਲੋਕਤੰਤਰ ਦੇ 'ਚ ਹੱਤਿਆ ਜਿਹੜੀ ਉੱਥੇ ਹੋਈ ਹੈ ਉਹ ਹੋ ਰਹੀ ਹੈ, ਉਹਨੂੰ ਦਿਸ਼ਾ ਰਵੀ ਤੋਂ ਇਹਨਾਂ ਨੂੰ ਖਤਰਾ ਨਹੀਂ। ਇਹਨਾਂ ਨੇ ਇੱਕ ਸੁਨੇਹਾ ਦਿੱਤਾ ਹੈ ਵੀ ਦੇਖਿਓ ਜੇ ਕਿਤੇ ਤੁਹਾਡੇ ਵਰਗੇ ਜਰਨਲਿਸਟ ਜਾਂ ਕੋਈ ਸੁਨੀਲ ਵਰਗਾ ਬੋਲਦਾ ਫਿਰਦਾ ਹੈ, ਇਹਨਾਂ ਨੂੰ ਇੱਕ ਸੁਨੇਹਾ ਲਾਇਆ ਕਿ ਤੁਹਾਡਾ ਵੀ ਹਾਲ ਆਹੀ ਕਰਾਂਗੇ। ਇੱਕ ਟਵੀਟ ਮਗਰ ਉਸ ਬੱਚੀ ਨੂੰ ਇਹਨਾਂ ਨੇ 5 ਦਿਨ ਦੇ ਰਿਮਾਂਡ ਤੇ ਲੈ ਕੇ ਚਲੇ ਗਏ। ਇੱਕ ਬੱਚੀ ਕਰਕੇ ਕਹਿੰਦੇ ਆ ਵੀ ਉਹਦੇ ਤੇ ਇਲਜ਼ਾਮ ਹੈ ਉਸਨੇ ਦੇਸ਼ ਦੀ ਛਵੀ ਬਾਹਰਲੇ ਮੁਲਕਾਂ 'ਚ ਵਿਗਾੜਨ ਦਾ ਉਹਨੇ ਸਾਜ਼ਿਸ਼ ਕੀਤੀ ਹੈ। ਮੈਂ ਪੁੱਛਣਾ ਚਾਹੁੰਦਾ ਮੋਦੀ ਸਾਹਿਬ ਨੂੰ ਤੇ ਬੀਜੇਪੀ ਦੇ ਹਾਈ ਕਮਾਂਡ ਨੂੰ, ਜੇ ਉਹਨਾਂ ਦੇ ਇਲਾਵਾ ਕੋਈ ਹੋਰ ਹੈਗੇ ਨਾਗਪੁਰ 'ਚ ਬੈਠੇ ਹੈ, ਤਾਂ ਪਿਛਲੇ 6 ਸਾਲ ਤੋਂ ਕੋਈ ਦੁਨੀਆ ਦਾ ਮੁਲਕ ਨਹੀਂ ਛੱਡਿਆ ਮੋਦੀ ਸਾਹਿਬ ਨੇ ਜਿੱਥੇ ਜਾ ਕੇ ਇਹਨਾਂ ਨੇ ਆ ਨਹੀਂ ਅਖਾੜਾ ਲਾਇਆ ਵੀ मैं देश की छवि बनाने जा रहा हूँ, देश की इमेज मैंने बड़ी चमकाई है। वहाँ पे 6 ਸਾਲਾਂ ਦੀ ਚਮਕਾਈ ਇਮੇਜ ਹਜ਼ਾਰਾਂ ਕਰੋੜ ਰੁਪਇਆ ਖਰਚ ਕਰਤਾ ਤੇ ਇੱਕ ਬੱਚੀ ਨੇ ਆ ਕੇ ਇੱਕ ਲਾਈਨ ਨਾਲ ਉਹਦੇ ਤੇ ਹੁੰਝਾ ਫੇਰਤਾ। ਤਾਂ ਫਿਰ ਉਸ ਬੱਚੀ ਨੂੰ ਪ੍ਰਧਾਨ ਮੰਤਰੀ ਬਣਾ ਦਈਏ ਜਿਹੜੀ ਇੱਕ ਕਲਮ ਨਾਲ ਦੇਸ਼ ਦਾ ਨੁਕਸਾਨ ਕਰ ਸਕਦੀ ਹੈ, ਉਹ ਦੇਸ਼ ਨੂੰ ਬਣਾ ਵੀ ਸਕਦੀ ਹੈ। ਉਸ ਦਾ ਹਿਸਾਬ ਦੇਣ ਬੀਜੇਪੀ ਵਾਲੇ ਕਰੀ ਕੀ ਜਾਂਦੇ। ਇਹ ਤਾਂ ਲੋਕਾਂ ਦਾ ਆਵਾਜ਼ ਦਬਾਉਣ ਦਾ ਪ੍ਰਯਾਸ ਕਰ ਰਹੇ ਹੈ ਜੋ ਲੋਕਾਂ ਨੂੰ ਸਮਝਣਾ ਪਊਗਾ। ਜਦੋਂ ਆਲ ਪਾਰਟੀ ਮੀਟਿੰਗ ਹੋਈ ਚੰਡੀਗੜ੍ਹ ਦੇ ਅੰਦਰ ਤਾਂ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ ਕਿ ਪਾ ਕੇ ਦਿੱਲੀ ਬੈਠੇ ਹੈ। ਹੱਲ ਨਿਕਲੂਗਾ ਜੇ ਬੀਜੇਪੀ ਨੂੰ ਇਸ ਚੋਂ ਰਾਜਨੀਤਿਕ ਨਫਾ ਨੁਕਸਾਨ ਕੋਈ ਦਿਖਿਆ ਯੂਪੀ ਦੇ ਇਲੈਕਸ਼ਨਾਂ ਵਾਸਤੇ। ਨਾ ਤਾਂ ਟਕੈਤ ਸਾਹਿਬ ਤੋਂ ਕੋਈ ਬਾਲੇ ਡਰਦੇ ਹੋ, ਉਹਨਾਂ ਨੂੰ ਖਤਰਾ ਹੈ ਵੀ ਜਿਹੜੀ ਉਹਨਾਂ ਨੇ 2 ਫਾੜ ਬੀਜੇਪੀ ਨੇ ਪਾਈ ਸੀ ਉਸ ਵੈਸਟਰਨ ਯੂਪੀ ਦੇ ਜੱਟਾਂ ਦੇ ਵਿੱਚ ਤੇ ਮੁਸਲਿਮ ਭਾਈਚਾਰੇ ਦੇ ਵਿੱਚ, ਉਹ ਹੁਣ ਇਕੱਠੇ ਹੋਏ ਖੜੇ। ਜਿਸ ਤਰ੍ਹਾਂ ਪੰਜਾਬ ਤੇ ਹਰਿਆਣੇ ਦੇ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਖੜੀਆਂ, ਉਸੇ ਤਰ੍ਹਾਂ ਉੱਥੇ ਉਹ 2 ਫਾੜ ਕਰਕੇ ਉਹਨਾਂ ਨੇ ਯੂਪੀ ਦਾ ਇਲੈਕਸ਼ਨ ਜਿੱਤਿਆ ਸੀਗਾ। ਉੱਥੇ ਉਹਨਾਂ ਨੂੰ ਕੋਈ ਲੱਗਿਆ ਤਾਂ ਸ਼ਾਇਦ ਕਿਤੇ ਨਾ ਕਿਤੇ ਗੱਲ ਤੇ ਆ ਜਾਣ। ਅਦਰਵਾਈਜ਼ ਪੰਜਾਬ ਦੀਆਂ 13 ਸੀਟਾਂ ਜਿਸ 'ਚ ਬੀਜੇਪੀ ਨੂੰ 2 ਲੜਦੇ ਸੀਗੇ, ਇਹਨਾਂ ਦੇ ਆਂਦੀਆਂ ਸੀਗੀਆਂ, ਇਹਨਾਂ ਨੂੰ ਪੰਜਾਬ ਖਾਤੇ 'ਚੋਂ ਲਿਖੀ ਬੈਠੇ ਹੈ। ਪੰਜਾਬ ਨੂੰ ਬਦਨਾਮ ਕਰਤਾ ਇਹਨਾਂ ਨੇ, ਪੰਜਾਬੀਆਂ ਨੂੰ ਬਦਨਾਮ ਕਰਨ ਦਾ ਬਹੁਤ ਕੋਝਾ ਪ੍ਰਯਾਸ ਇਹਨਾਂ ਨੇ ਕੀਤਾ। ਦੁਨੀਆ ਜਾਣਦੀ ਹੈ ਪੰਜਾਬੀਆਂ ਦੇ ਚਰਚੇ, ਪੰਜਾਬੀਆਂ ਦੀ ਹੌਸਲਾ, ਪੰਜਾਬੀਆਂ ਦਾ ਜੇਰਾ, ਉਹਨੂੰ ਚਾਹੇ ਕਿੰਨਾ ਕਰਦੇ ਰਹਿਣ, ਪਰ ਇਹਨਾਂ ਨੇ ਆਪਣੀ ਜਿਹੜੀ ਨੀਅਤ ਹੈ ਉਹ ਸਾਹਮਣੇ ਆ ਚੁੱਕੀ। ਸਰ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਜਿਹੜੇ ਤਰਕ ਦਿੱਤੇ ਜਾ ਰਹੇ ਨੇ ਪਾਕਿਸਤਾਨ ਵਿੱਚ, ਸਮਾਂ ਮੰਗਿਆ ਗਿਆ ਹੈ ਜਾਂ ਜਲਦੀ? ਦੇਖੋ ਆਲ ਪਾਰਟੀ ਮੀਟਿੰਗ ਦਾ ਜੋ ਬਣਨਾ ਚਾਹੀਦਾ ਸੀ ਉਹ ਤਾਂ ਬਾਹਰ ਉਹਨਾਂ ਨੇ ਪੰਜਾਬ ਭਵਨ ਤੋਂ ਬਾਹਰ ਪੈਰ ਰੱਖਦੇ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਬਿੱਲ ਪਾਸ ਕੀਤੇ ਉਸ ਦਿਨ ਇੱਕ ਦਿਨ ਦਾ ਵਕਫਾ ਪੈ ਗਿਆ ਸੀਗਾ। ਅਸੀਂ ਗਵਰਨਰ ਹਾਊਸ ਤਾਈਂ ਗਏ, ਬਿੱਲ ਦੇ ਕੇ ਵੀ ਆਏ, ਜਿਹੜੇ ਪਾਸ ਕੀਤੇ ਸੀ ਸਾਰਾ ਕੁਝ ਹੀ। ਅਗਲੇ ਦਿਨ ਆਮ ਆਦਮੀ ਪਾਰਟੀ ਪਲਟੂ ਮਾਰ ਗਈ। ਫਿਰ ਆਮ ਆਦਮੀ ਪਾਰਟੀ ਨੇ ਅੰਦਰ ਕੁਝ ਬੋਲ ਕੇ ਆਏ, ਬਾਹਰ ਆ ਕੇ ਉੱਥੇ ਪਲਟਾ ਮਾਰ ਕੇ ਵੈਸੇ ਵਾਕਆਊਟ ਕਰਨ ਲੱਗੇ। ਕਿਹੜੀ ਆਲ ਪਾਰਟੀ ਮੀਟਿੰਗ ਕਿਹੜਾ ਟਾਈਮ ਇਹਨਾਂ ਨੇ ਲੈਣਾ ਸੀਗਾ? ਟਾਈਮ ਅਸੀਂ ਲੈ ਲਾਂਗੇ, ਪਰ ਅੱਜ ਤਾਂ ਟਾਈਮ ਦਾ ਜਿਹੜੇ ਹਾਲਾਤ ਬਣ ਰਹੇ ਹੈ, ਮੋਦੀ ਸਾਹਿਬ ਕਹਿ ਰਿਹਾ ਮੈਂ ਟੈਲੀਫੋਨ ਅਵੇ, ਤੇ ਆਣਗੇ ਕਿਧਰੋਂ? ਸੜਕ 'ਚ ਤਾਂ ਕਿੱਲਾਂ ਠੋਕ ਰੱਖੀਆਂ ਤੁਸੀਂ, 5 ਟਾਇਰ ਦੀ ਉਹ ਬਣਾ ਰੱਖੀ ਹੈ, ਬੈਰੀਅਰ ਬਣਾ ਰੱਖੇ ਹੈ। ਸਰਕਾਰ ਦਿਖਾਵਾ ਕੁਝ ਕਰਦੀ ਹੈ, ਮਨਸ਼ਾ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਕਲੀਅਰ ਹੈ। ਬੀਜੇਪੀ ਵਿਰੋਧੀ ਸਰਕਾਰਾਂ ਜਿਹੜੀਆਂ ਨੇ, ਚਾਹੇ ਛੱਤੀਸਗੜ੍ਹ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਰਾਜਸਥਾਨ ਦੀ ਗੱਲ ਕਰੀਏ, ਕੀ ਸਰ ਕੋਈ ਇਹੋ ਜਿਹਾ ਪ੍ਰੋਗਰਾਮ ਹੈ ਕਿ ਸਾਰੇ ਮੁੱਖ ਮੰਤਰੀ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਕੋਲ ਮਿਲਣ ਦਾ ਸਮਾਂ ਮੰਗਣ? ਕਿਉਂਕਿ ਡੈਡਲੋਕ ਜਿਹੜੇ ਹਾਲਾਤ ਬਣੇ ਨੇ, ਨੁਕਸਾਨ ਤਾਂ ਸਭ ਤੋਂ ਵੱਧ ਪੰਜਾਬ ਨੂੰ ਹੋ ਰਿਹਾ ਕਿਉਂਕਿ ਇੱਥੇ ਸਭ ਤੋਂ ਵੱਧ ਹਾਲਾਤ ਖਰਾਬ ਨੇ। ਬਿਲਕੁਲ ਪੰਜਾਬ ਦਾ ਹਾਲਾਤ ਪੰਜਾਬ ਦੇ ਉੱਤੇ ਹੀ ਸਭ ਤੋਂ ਵੱਡਾ, ਕਿਉਂਕਿ ਐਮਐਸਪੀ ਜਿਹੜੀ ਹੈ ਪੰਜਾਬ ਹੀ ਸਭ ਤੋਂ ਪਹਿਲਾਂ ਹਰੀ ਕ੍ਰਾਂਤੀ ਵੀ ਅਸੀਂ ਲੈ ਕੇ ਆਏ ਸੀ, ਇਸੇ ਇੱਕ ਗਰੰਟੀ ਨੂੰ ਲੈ ਕੇ ਵੀ ਸਾਡੀ ਜਿਹੜੀ ਫਸਲ ਹੈ ਇੱਕ ਇੱਕ ਦਾਣਾ ਚੱਕਿਆ ਜਾਊਗਾ। ਇਹਦੇ ਵਾਸਤੇ ਵੀ ਇੱਕ ਹੋਰ ਅਜੇ ਪ੍ਰੈਸ ਕਾਨਫਰੰਸ ਕਰਕੇ ਸਾਂਝੀ ਕਰਾਂਗੇ। ਐਮਐਸਪੀ ਦੇ ਵੀ ਕਈ ਰੂਪ ਹੈ ਸਾਹਿਬ, ਜਿਹੜੀ ਇਹ ਗੱਲ ਕਰ ਦਿੰਦੇ ਐਮਐਸਪੀ ਠੀਕ ਹੈ ਔਰ ਰਹੇਗੀ, ਇਹਨਾਂ ਗੱਲਾਂ 'ਚ ਕੋਈ ਸਾਰ ਨਹੀਂ। ਲੋਕਾਂ ਨੂੰ ਬੇਵਕੂਫ ਬਣਾ ਰਹੇ ਹੈ। ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਉਹ ਨਾ ਉੜੀਸਾ ਨੇ ਆ ਕੇ ਨਾ ਛੱਤੀਸਗੜ੍ਹ ਵਾਲਿਆਂ ਨੇ, ਸਾਨੂੰ ਤਾਂ ਆਪਣੇ ਹਿੱਕ ਤੇ ਲੜਾਈ ਲੜਨੀ ਪਊਗੀ। ਪੰਜਾਬ ਦੀ ਪਾਰਟੀਆਂ, ਉਸ ਦਿਨ ਵੀ ਆਹੀ ਗੱਲ ਹੋਈ ਸੀ ਵੀ ਜੇ ਸਾਰੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ ਤਾਂ ਅਸੀਂ ਕਿਉਂ ਨਹੀਂ ਇਕੱਠੇ ਹੋ ਸਕਦੇ? ਸਭ ਤੋਂ ਪਹਿਲਾਂ ਉਸ ਦੇ ਵਿੱਚ ਮਧਾਣੀ ਕਿਸੇ ਨੇ ਮਾਰੀ, ਇਹਨਾਂ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਭਵਨ 'ਚ ਉਹ ਸਾਰੀ ਜਿਹੜੀ ਸਪਿਰਿਟ ਆਫ ਕੋਆਪਰੇਸ਼ਨ ਸੀ ਉਹ ਖਤਮ ਕਰਤੀ। ਪਰ
ਦੇਰ ਸਵੇਰ, ਕਿਉਂਕਿ ਹੁਣ ਜਦੋਂ ਬਜਟ ਸੈਸ਼ਨ ਆਊਗਾ ਇਹ ਸਾਰੀਆਂ ਗੱਲਾਂ ਉੱਥੇ ਰੱਖਾਂਗੇ। ਆਪ ਸਮੀਰ ਫਾਰਮੈਲਿਟੀ, ਅਗਰ ਜੋ ਰੱਦ ਕਰਨਾ ਹੋਇਆ ਦੁਬਾਰਾ ਪਾਸ ਕਰਨਾ ਹੋਇਆ ਜਿਹੜਾ ਹੋ ਜਾਊਗਾ, ਬਟ ਆਈਡੀਆ ਇਸ ਵੀ ਇਹਨਾਂ ਸਾਰਿਆਂ ਨੂੰ ਬੇਨਕਾਬ ਕੀਤਾ ਜਾਊਗਾ ਉੱਥੇ। ਇਹ ਜਦੋਂ ਇਸ਼ੂਜ਼ ਡਿਬੇਟ ਹੋਣਗੇ ਉੱਥੇ ਫਿਰ ਇਹ ਨਾ, ਮੈਂ ਅੱਜ ਵੀ ਚੈਲੰਜ ਕਰਦਾ ਵੀ ਇਹ ਭੱਜ ਨਾ ਜਾਣ ਉਸ ਚੋਂ ਬਾਈਕਾਟ ਕਰਕੇ ਵੀ ਅੱਜ ਆਹ ਇਸ਼ੂ ਆ ਗਿਆ ਜੀ ਅਸੀਂ ਬਾਈਕਾਟ। ਉਸ ਦਿਨ ਅੰਦਰ ਰਹਿ ਕੇ ਆਪਣੀ ਗੱਲ ਦੱਸਣ, ਪੰਜਾਬ ਦੇ ਲੋਕਾਂ ਨੂੰ ਇਹਨਾਂ ਦਾ ਅਸਲ ਚਿਹਰਾ ਪਤਾ ਲੱਗੇ। ਇਹ ਟੀਮ ਬੀ ਟੀਮ ਨਹੀਂ ਹੈ, ਉਹਨਾਂ ਦੇ ਕਰਿੰਦੇ ਹੈ। ਬੀਜੇਪੀ ਦੇ ਕਰਿੰਦੇ ਦੇ ਤੌਰ ਤੇ ਦੋਨੋਂ ਪਾਰਟੀਆਂ ਕੰਮ ਕਰ ਰਹੀਆਂ, ਅਕਾਲੀ ਪਾਰਟੀ ਤੇ ਆਮ ਆਦਮੀ ਪਾਰਟੀ। ਉਹਨਾਂ ਕੰਨੀ ਦੇਖ ਕੇ ਅੱਜ ਤਾਈਂ ਕਿਸੇ ਨੇ ਇਹਨਾਂ ਤੋਂ ਆਹ ਸਵਾਲ ਨਹੀਂ ਪੁੱਛੇ ਬੀਜੇਪੀ ਤੋਂ ਵੀ ਇਹ ਤੁਸੀਂ ਕਰ ਕੀ ਰਹੇ ਹੋ, ਕਿਹੜਾ ਪੰਜਾਬ ਦੇ ਨਾਲ ਧੱਕਾ ਕਰ ਰਹੇ ਹੋ, ਪੰਜਾਬ ਦੇ ਹੱਕ ਖੋ ਰਹੇ ਹੋ। ਉਹ ਸਿਰਫ ਤੇ ਸਿਰਫ ਉਹਨਾਂ ਨੇ ਆਪਣੇ ਸ਼ਿਕਾਰੀ ਛੱਡ ਰੱਖੇ ਹੈ ਕਾਂਗਰਸ ਦੇ ਪਿੱਛੇ। ਕਾਂਗਰਸ ਮਾੜੀ ਹੈ, ਕਾਂਗਰਸ ਮਾੜੀ ਹੈ। ਕਿਉਂ ਨਹੀਂ ਉੱਥੇ ਪੁੱਛਦੇ ਮੋਦੀ ਸਾਹਿਬ ਨੂੰ, ਕਿਉਂ ਨਹੀਂ ਤੋਮਰ ਸਾਹਿਬ ਨੂੰ ਪੁੱਛਦੇ ਕਿ ਤੁਸੀਂ ਐਡਾ ਗਲਤ ਬਿਆਨ ਕਿਉਂ ਦਿੱਤਾ? ਜਵਾਬ ਤਾਂ ਤੋਮਰ ਸਾਹਿਬ ਦਿੰਦੇ ਪਾਰਲੀਮੈਂਟ 'ਚ। ਜੇ ਅਗਰ ਭਗਵੰਤ ਮਾਨ ਜੀ ਐਡੇ ਸੀਰੀਅਸ ਪੁੱਛ ਲੈਂਦੇ, ਤੋਮਰ ਸਾਹਿਬ ਪਾਸ ਕਰਨ ਵਾਲੇ ਤਾਂ ਤੁਹਾਡੀ ਪਾਰਟੀ ਸੀ, ਜਵਾਬ ਦਿਓ ਕਿਉਂ ਪਾਸ ਕੀਤਾ। ਉੱਥੇ ਬੋਲਦੇ ਨਹੀਂ, ਇੱਥੇ ਆ ਕੇ ਸੁਨੀਲ ਜਾਖੜ ਤੋਂ ਜਵਾਬ ਪਾ ਦਿਓ।